ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਦਾ ਫਿਊਚਰ ਪੁਆਇੰਟ ਮੁਕਤਸਰ ਦੇ ਵਿੱਚ ਸਵਾਗਤ ਹੈ ਜੀ। ਦੋਸਤੋ ਅੱਜ ਕੱਲ੍ਹ ਜਿਹੜਾ ਸਾਡੇ ਕੋਲੇ ਦੌਰ ਚੱਲ ਰਿਹਾ ਕੋਵਿਡ-19 ਦਾ, ਬਹੁਤ ਸਾਰੇ ਵਿਦਿਆਰਥੀ ਜਿਹੜੇ ਸਾਡੇ ਇੰਸਟੀਚਿਊਟਾਂ ਦੇ ਵਿੱਚ ਜਾ ਕੇ ਕੋਚਿੰਗ ਲੈ ਰਹੇ ਸੀ, ਤੇ ਸਭ ਅੱਜ ਕੱਲ੍ਹ ਬਹੁਤ ਸਾਰੇ ਇੰਸਟੀਚਿਊਟ ਮੋਸਟਲੀ ਜਿਹੜੇ ਹੈਗੇ ਆ ਬੰਦ ਹੋਏ ਪਏ ਨੇ। ਸੋ ਵਿਦਿਆਰਥੀ ਬੜੇ ਨਿਰਾਸ਼ ਹੋਏ ਪਏ ਨੇ ਕਿ ਕਿਸ ਤਰੀਕੇ ਦੇ ਨਾਲ ਸਟੱਡੀ ਨੂੰ ਜਾਰੀ ਰੱਖਿਆ ਜਾਵੇ, ਕਿਸ ਤਰੀਕੇ ਦੇ ਨਾਲ ਸਟੱਡੀ ਨੂੰ ਰੋਜ਼ ਪੜ੍ਹਿਆ ਜਾਵੇ। ਸੋ ਕਿਉਂਕਿ YouTube ਦੇ ਉੱਪਰ ਵੀ ਜਿਹੜੇ ਲੈਕਚਰ ਆ ਰਹੇ ਨੇ, ਸੋ ਸਾਡੇ ਕੋਲੇ ਰਿਕਾਰਡਡ ਲੈਕਚਰ ਨੇ, ਤੋ ਕਈ ਵਾਰ ਅਸੀਂ ਇੱਕ ਡਾਇਰੈਕਟ ਕਲਾਸ ਦੇ ਵਿੱਚ ਪੜ੍ਹਨਾ ਚਾਹੁੰਦੇ ਹਾਂ। ਸੋ ਇਸ ਤਰ੍ਹਾਂ ਦੇ ਇੱਕ ਮੋਟਿਵ ਨੂੰ ਲੈ ਕੇ ਅਸੀਂ ਇੱਕ ਔਨਲਾਈਨ ਕਲਾਸਿਸ ਜਿਹੜੀਆਂ ਸ਼ੁਰੂ ਕੀਤੀਆਂ ਸਿਰਫ 700 ਰੁਪੀਜ਼ ਦੇ ਵਿੱਚ। ਬਾਕੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਸ ਵੀਡੀਓ ਦੇ ਐਂਡ 'ਤੇ ਦਿੱਤੀ ਜਾਵੇਗੀ। ਸੋ ਅੱਜ ਦਾ ਜਿਹੜਾ ਵੀਡੀਓ ਹੈ, ਅੱਜ ਦਾ ਜਿਹੜਾ ਲੈਸਨ ਹੈ ਸਾਡਾ ਬਹੁਤ ਇੰਪੋਰਟੈਂਟ ਹੈ ਜੀ। ਮਾਸਟਰ ਕੇਡਰ ਦਾ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ ਜੀ, ਪੁਨਰ ਜਾਗਰਣ ਜਿਹੜਾ ਸੀ ਮਾਸਟਰ ਕੇਡਰ ਦੇ ਵਿੱਚ ਬਹੁਤ ਇੰਪੋਰਟੈਂਟ ਟੌਪਿਕ ਵਜੋਂ ਪੇਸ਼ ਹੋਇਆ ਜੀ। ਇਸ ਦੇ ਵਿੱਚੋਂ ਲਾਸਟ ਪੇਪਰ ਦੇ ਵਿੱਚ ਵੀ ਕਾਫੀ ਕੁਐਸਚਨ ਆਏ ਸੀ, ਆਉਣ ਵਾਲੇ ਪੇਪਰ ਦੇ ਵਿੱਚ ਵੀ ਆਸ ਕੀਤੀ ਜਾ ਸਕਦੀ ਹੈ ਦੋਸਤੋ ਕਿ ਕਾਫੀ ਕੁਐਸਚਨ ਆ ਸਕਦੇ ਨੇ। ਸੋ ਪੁਨਰ ਜਾਗਰਣ ਬਾਰੇ ਜੇ ਜ਼ਿਕਰ ਕਰੀਏ ਤਾਂ ਪੁਨਰ ਜਾਗਰਣ ਇੱਕ ਐਸੀ ਸਾਡੇ ਕੋਲੇ ਰੈਨਾਸਾਂਸ ਦੇ ਤੌਰ 'ਤੇ ਉੱਭਰਿਆ ਸੀ, ਐਸਾ ਪੁਨਰ ਜਾਗਰਣ ਸੀਗਾ ਜਿਹਦੇ ਵਿੱਚ ਕਾਫੀ ਪਰਸਨੈਲਿਟੀਆਂ ਦਾ ਜ਼ਿਕਰ ਆਉਂਦਾ। ਕਿਉਂਕਿ ਇਸ ਟੌਪਿਕ ਦੇ ਵਿੱਚ ਜਸਟ ਅਸੀਂ ਕਿਸੇ ਥਿਊਰੀ ਨੂੰ, ਕਿਸੇ ਦਾ ਕਨਸੈਪਟ ਨੂੰ ਪੜ੍ਹਨ ਦੀ ਬਜਾਏ ਅਸੀਂ ਸਿਰਫ ਤੇ ਸਿਰਫ ਇੱਥੇ ਪਰਸਨੈਲਿਟੀ 'ਤੇ ਐਮਫਸਾਈਜ਼ ਕਰਦੇ ਹਾਂ। ਕਿਹੜੀ ਪਰਸਨੈਲਿਟੀ ਸੀਗੀ, ਕਿਹੜੀ ਪਰਸਨੈਲਿਟੀ ਨੇ ਪੁਨਰ ਜਾਗਰਣ ਦੇ ਵਿੱਚ ਕੀ ਰੋਲ ਦਿੱਤਾ, ਕਿਸ ਪਰਸਨੈਲਿਟੀ ਦੀ ਕਿੰਨੀ ਕੁ ਭੂਮਿਕਾ ਸੀ, ਤੇ ਕਿਸ ਪਰਸਨੈਲਿਟੀ ਨੇ ਪੁਨਰ ਜਾਗਰਣ ਦੇ ਵਿੱਚ ਕਿਹੜਾ ਕੰਮ ਕੀਤਾ, ਜੋ ਕੰਮ ਉਹਦਾ ਪੁਨਰ ਜਾਗਰਣ ਦੇ ਵਿੱਚ ਸਹਾਇਕ ਰੂਪ ਦੇ ਵਿੱਚੋਂ ਉੱਭਰਿਆ ਸੀਗਾ। ਸੋ ਰੈਨਾਸਾਂਸ ਦੇ ਵਿੱਚ ਅਸੀਂ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ। ਮਾਡਰਨ ਏਜ ਸੀਗੀ ਸਾਡੀ ਵਿਸ਼ਵ ਦੇ ਵਿੱਚ ਜਦੋਂ ਪੁਨਰ ਜਾਗਰਣ ਆਇਆ ਸੀ, ਤਾਂ ਸਾਡਾ ਇਹ ਉਸ ਟੌਪਿਕ ਨੂੰ ਲੈ ਕੇ ਅਸੀਂ ਅੱਜ ਦਾ ਵੀਡੀਓ ਬਣਾ ਰਹੇ ਹਾਂ। ਸੋ ਦੋਸਤੋ, ਪੁਨਰ ਜਾਗਰਣ ਦਾ ਸਭ ਤੋਂ ਪਹਿਲਾਂ ਅਰਥ ਜਾਣਨਾ ਜ਼ਰੂਰੀ ਹੈ। ਪੁਨਰ ਜਾਗਰਣ ਦਾ ਮਤਲਬ ਹੁੰਦਾ ਦੁਬਾਰਾ ਜਾਗਣਾ। ਪੁਨਰ ਜਾਗਰਣ ਮਤਲਬ ਦੁਬਾਰਾ ਜਾਗਣਾ। ਇੱਕ ਤਾਂ ਟਾਈਮ ਸਾਡੇ ਕੋਲੇ ਆਲਰੇਡੀ ਪਹਿਲਾਂ ਚੱਲ ਰਿਹਾ ਸੀਗਾ, ਇੱਕ ਇਸ ਟਾਈਮ ਤੋਂ ਬਾਅਦ ਸਾਡੇ ਕੋਲ ਇੱਕ ਐਸੀ ਸਥਿਤੀ ਆ ਗਈ ਕਿ ਸਾਡੇ ਜਿਹੜੇ ਸੀਗੇ ਲੋਕਾਂ ਦੇ ਦਿਮਾਗ ਧਰਮ ਦੇ ਆਧਾਰ 'ਤੇ ਪਰਿਵਰਤਿਤ ਕਰ ਚੁੱਕੇ ਦੇ ਸਨ। ਤਾਂ ਲੋਕਾਂ ਨੂੰ ਕਾਫੀ ਚੀਜ਼ਾਂ ਦੀ ਉਲਝਣਾਂ ਦੇ ਵਿੱਚ ਘੇਰ ਲਿਆ ਗਿਆ ਸੀ। ਜਿਵੇਂ ਆਪਾਂ ਗੱਲ ਕਰੀਏ ਕਿ ਪੋਪ ਦਾ ਬੜਾ ਤਕੜਾ ਸਾਡੇ ਕੋਲੇ ਇੱਕ ਸਾਮਰਾਜ ਤਿਆਰ ਹੋ ਗਿਆ ਸੀਗਾ। ਸੋ ਧਰਮ ਦੇ ਆਧਾਰ 'ਤੇ ਲੋਕਾਂ ਨਾਲ ਕਾਫੀ ਲੁੱਟ ਖਸੁੱਟ ਹੋਣੀ ਸ਼ੁਰੂ ਹੋ ਗਈ ਸੀਗੀ। ਸੋ ਇਸ ਰੋਲ ਦੇ ਵਿੱਚੋਂ ਇੰਟੈਲੀਜੈਂਸ ਸੀ, ਇਸ ਰੋਲ ਦੇ ਵਿੱਚ ਮਨੁੱਖ ਦੀ ਜਿਹੜੀ ਸੀਗੀ ਤਿੱਖਣ ਬੁੱਧੀ, ਇਸ ਰੋਲ ਦੇ ਵਿੱਚ ਮਨੁੱਖ ਦੀ ਪਰਸਨੈਲਿਟੀ, ਇਸ ਰੋਲ ਦੇ ਵਿੱਚ ਜਿਹੜੀ ਮਨੁੱਖ ਦੀ ਵਿਵੇਕਸ਼ੀਲਤਾ ਦੇ ਆਧਾਰ 'ਤੇ ਮਨੁੱਖ ਉੱਭਰਿਆ। ਕਿੱਥੇ? ਪੁਨਰ ਜਾਗਰਣ ਦੇ ਵਿੱਚ। ਪੁਨਰ ਜਾਗਰਣ ਕੀ ਸੀਗਾ? ਮਨੁੱਖ ਜਦੋਂ ਦੁਬਾਰਾ ਜਾਗਦਾ, ਮਤਲਬ ਕੀ ਹੋਇਆ ਕਿ ਜਦੋਂ ਮਨੁੱਖ ਨੂੰ ਕਲੀਅਰ ਹੁੰਦਾ ਕਿ ਮੇਰਾ ਰੀਅਲ ਰੋਲ ਕੀ ਹੈ, ਮੈਂ ਕਿਸ ਚੀਜ਼ ਲਈ ਆਇਆ ਤੇ ਅਸੀਂ ਕਿਸ ਪਾਸੇ ਨੂੰ ਤੁਰੇ ਜਾ ਰਹੇ ਹਾਂ। ਤਾਂ ਬਹੁਤ ਸਾਰੀਆਂ ਪਰਸਨੈਲਿਟੀ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਸੀਗਾ। ਸੋ ਪੁਨਰ ਜਾਗਰਣ ਸੀ ਜਿਹੜਾ, ਪੁਨਰ ਜਾਗਰਣ ਦਾ ਜਨਮ ਸੀ ਜਿਹੜਾ ਰਾਜੇ, ਉਹ ਸਾਡਾ ਫਲੋਰੈਂਸ ਸ਼ਹਿਰ, ਇਟਲੀ ਦਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ ਜੀ ਫਲੋਰੈਂਸ ਨਗਰ। ਉੱਥੇ ਪੁਨਰ ਜਾਗਰਣ ਦਾ ਜਿਹੜਾ ਸੀਗਾ ਨੀਂਹ ਰੱਖੀ ਗਈ, ਜਾਂ ਸਮਝਿਆ ਜਾਂਦਾ ਕਿ ਪੁਨਰ ਜਾਗਰਣ ਉੱਥੋਂ ਇੱਕ ਨਿੱਕੇ ਬੀਜ ਦੇ ਰੂਪ ਦੇ ਵਿੱਚ ਉੱਭਰ ਕੇ ਪੂਰੇ ਵਿਸ਼ਵ ਦੇ ਵਿੱਚ ਫੈਲਿਆ। ਪੁਨਰ ਜਾਗਰਣ ਦਾ ਜਿਹੜਾ ਆਰੰਭ ਸੀ ਇਟਲੀ ਦੇ ਫਲੋਰੈਂਸ ਨਗਰ ਤੋਂ ਮੰਨਿਆ ਜਾਂਦਾ ਜੀ। ਤੇ ਇੱਕ ਬਹੁਤ ਮਹੱਤਵਪੂਰਨ ਪਰਸਨੈਲਿਟੀ ਸੀ ਦਾਂਤੇ ਨੂੰ ਪੁਨਰ ਜਾਗਰਣ ਦਾ ਜਿਹੜਾ ਸ਼ੁਰੂਆਤੀ ਕਵੀ ਮੰਨਿਆ ਜਾਂਦਾ ਹੈ। ਦੋਸਤੋ, ਲਿਟਰੇਚਰ ਦੇ ਵਿੱਚ ਜਿਹੜੀਆਂ ਪਰਸਨੈਲਿਟੀਜ਼ ਆਉਂਦੀਆਂ, ਕਿਉਂਕਿ ਸਾਹਿਤ ਹੀ ਇੱਕ ਜੀਵਨ ਤੋਂ ਅਗਲੇ ਜੀਵਨ ਤੱਕ ਪਰਿਵਰਤਨ ਲਿਆ ਸਕਦਾ ਹੈ। ਸੋ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਉਸ ਸਮੇਂ ਦੀਆਂ ਲਿਟਰੇਚਰ ਨਾਲ ਜੁੜੀਆਂ ਪਰਸਨੈਲਿਟੀਜ਼ ਬਾਰੇ ਜ਼ਿਕਰ ਕਰਾਂਗੇ। ਉਹ 1 ਬਾਏ 1 ਸਲਾਈਡਸ ਦੇ ਉੱਤੇ ਸਾਡੇ ਕੋਲੇ ਆਉਂਦੀਆਂ ਜਾਣਗੀਆਂ। ਸੋ ਧਰਮ ਦੀ ਥਾਂ ਤੇ ਮਾਨਵਤਾ ਦਾ ਜਿਹੜਾ ਸੀਗਾ ਪਹਿਲਾ ਪ੍ਰੋਪੇਗੰਡਾ ਤਿਆਰ ਕਰ ਲਿਆ ਗਿਆ ਸੀਗਾ। ਝੰਡਾ ਸੀ ਜਿਹੜਾ ਮਾਨਵਤਾ ਨੂੰ ਲੈ ਕੇ ਚੱਕਿਆ ਗਿਆ ਸੀਗਾ, ਨਾ ਕਿ ਰਿਲੀਜਨ ਨੂੰ ਲੈ ਕੇ ਚੱਕਿਆ ਗਿਆ ਸੀਗਾ। ਇਹਨਾਂ ਦਾ ਮੋਟਿਵ ਸੀਗਾ ਕਿ ਮਨੁੱਖ ਤੇ ਮਨੁੱਖ ਦੀ ਸੁਤੰਤਰਤਾ। ਸੋ ਜਿਹੜਾ ਸੀ ਦਾਂਤੇ ਸੀਗਾ ਇੱਕ ਮਹਾਨ ਕਵੀ ਦੇ ਰੂਪ ਦੇ ਵਿੱਚ ਪੁਨਰ ਜਾਗਰਣ ਦੀ ਜਿਹੜੀ ਸ਼ੁਰੂਆਤ ਦੇ ਨਾਲ ਜਾਣਿਆ ਜਾਂਦਾ ਜੀ। ਦਾਂਤੇ, ਉਸਨੇ ਇੱਕ ਬਹੁਤ ਹੀ ਮਹੱਤਵਪੂਰਨ ਲਿਟਰੇਚਰ ਦੀ ਰਚਨਾ ਕੀਤੀ ਸੀਗੀ। ਲਿਟਰੇਚਰ ਕੀ ਸੀਗਾ ਜੀ? ਡਿਵਾਈਨ ਕਮੇਡੀ ਸੀ ਜਿਹੜੀ ਪੁਸਤਕ ਦਾ ਨਾਮ ਹੈ ਜੀ। ਇਸ ਪੁਸਤਕ ਨੂੰ ਉਹਨਾਂ ਨੇ ਇੱਕ ਲੋਕਲ ਲੈਂਗੁਏਜ ਲੈਵਲ, ਮਤਲਬ ਜਿਹੜਾ ਸਾਡਾ ਸਥਾਨੀय ਪੱਧਰ ਦੀ ਭਾਸ਼ਾ, ਉਸ ਭਾਸ਼ਾ ਦੇ ਵਿੱਚ ਲਿਖਿਆ। ਜਿਵੇਂ ਗੱਲ ਕਰੀਏ ਜੇ ਸਾਡੀ ਸਥਾਨੀय ਪੱਧਰ ਦੀ ਭਾਸ਼ਾ ਜੀ ਅਸੀਂ ਗੱਲ ਕਰ ਰਹੇ ਹਾਂ, ਸਾਡਾ ਇਹਦਾ ਟੌਪਿਕ ਅਸੀਂ ਡਿਸਕਸ ਕਰ ਰਹੇ ਹਾਂ, ਤਾਂ ਸਾਡੀ ਜਿਹੜੀ ਲੋਕਲ ਲੈਂਗੁਏਜ ਹੈ, ਜਿਹੜੀ ਸਾਡੀ ਰਿਲੀਜਨ ਲੈਂਗੁਏਜ ਹੈ, ਸਾਡੇ ਜਿਹੜੇ ਲੋਕਲ ਲੈਵਲ 'ਤੇ ਸਾਨੂੰ ਸਮਝ ਆਉਣ ਲਈ ਇੱਕ ਭਾਸ਼ਾ ਦੇ ਆਧਾਰ 'ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਦੇ ਬੇਸ 'ਤੇ ਜਿਹੜਾ ਸੀ ਤੁਹਾਡੇ ਅੰਦਰ ਇੱਕ ਚੀਜ਼ ਦੀ ਅੰਡਰਸਟੈਂਡਿੰਗ ਆਪਣੇ ਆਪ ਜਾਗੇਗੀ। ਸੇਮ ਟੂ ਸੇਮ ਇਸੇ ਤਰ੍ਹਾਂ ਹੀ ਪੁਨਰ ਜਾਗਰਣ ਦੇ ਵਿੱਚ ਲੋਕਲ ਲੈਵਲ ਦੇ ਵਿੱਚ ਇੱਕ ਲਿਟਰੇਚਰ ਪੇਸ਼ ਕੀਤਾ ਗਿਆ। ਲੋਕਲ ਲੈਵਲ 'ਤੇ ਉਹ ਲਿਟਰੇਚਰ ਨੂੰ ਪੜ੍ਹਿਆ ਗਿਆ। ਲੋਕਾਂ ਦੇ ਵਿੱਚ ਉਸ ਲਿਟਰੇਚਰ ਦੇ ਥਰੂ ਇੱਕ ਜਗਿਆਸਾ ਜਾਗੀ, ਕਰਿਓਸਿਟੀ ਜਾਗੀ। ਉਹ ਕਰਿਓਸਿਟੀ ਨੂੰ ਜਗਾਉਣ ਵਾਲਾ ਕੌਣ ਸੀ? ਦਾਂਤੇ।
ਦਾਂਤੇ ਨੇ ਲਿਖਿਆ ਕੀ ਸੀਗਾ? ਡਿਵਾਈਨ ਆਫ ਕਮੇਡੀ। ਦਾਂਤੇ ਦੀ ਜਿਹੜੀ ਡਿਵਾਈਨ ਆਫ ਕਮੇਡੀ ਪੁਸਤਕ ਸੀਗੀ, ਇਹ ਪੁਸਤਕ ਜਿਹੜੀ ਕਿਸ ਭਾਸ਼ਾ ਦੇ ਵਿੱਚ ਸੀ? ਇਹ ਪੁਸਤਕ ਸੀਗੀ ਟਸਕਨ ਭਾਸ਼ਾ ਦੇ ਵਿੱਚ। ਸੋ ਦਾਂਤੇ ਦੇ ਨਾਲ ਰਿਲੇਟਡ ਜਿਹੜੇ 3 ਕੁਐਸਚਨ ਸਾਡੇ ਕੋਲ ਕਲੀਅਰ ਹੋ ਚੁੱਕੇ ਆ। ਦਾਂਤੇ ਕਿੱਥੋਂ ਦਾ ਸੀਗਾ ਜੀ? ਦਾਂਤੇ ਸੀਗਾ ਜਿਹੜੇ ਫਲੋਰੈਂਸ ਸ਼ਹਿਰ ਇਟਲੀ ਦਾ। ਦਾਂਤੇ ਨੇ ਲੈਟਿਨ ਭਾਸ਼ਾ ਛੱਡ ਕੇ ਟਸਕਨ ਭਾਸ਼ਾ ਦੇ ਵਿੱਚ ਕਵਿਤਾਵਾਂ ਜਿਹੜੀਆਂ ਸੀਗੀਆਂ, ਇੱਕ ਨਾਮ ਡਿਵਾਈਨ ਆਫ ਕਮੇਡੀ ਨਾਮ ਦਾ ਕਾਵਿ ਲੇਖ ਲਿਖਿਆ, ਜਿਸ ਦਾ ਮਤਲਬ ਸੀ ਸਵਰਗ ਦੀ ਇੱਕ ਕਾਲਪਨਿਕ ਯਾਤਰਾ। ਉਸਨੇ ਇਸ ਦੇ ਵਿੱਚ ਕਾਲਪਨਿਕ ਯਾਤਰਾ ਦਾ ਜ਼ਿਕਰ ਕੀਤਾ। ਇਸ ਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਪਰਸਨੈਲਿਟੀ ਆਈ ਹੈ ਜੀ, ਜਿਹਨੂੰ ਹਿਊਮਨਿਸਟਿਕ ਦੇ ਤੌਰ ਤੇ ਮੰਨਿਆ ਜਾਂਦਾ। ਪ੍ਰਟਾਰਕ, ਜਿਨ੍ਹਾਂ ਨੂੰ ਹਿਊਮਨਿਸਟਿਕਵਾਦੀ ਕਿਹਾ ਜਾਂਦਾ, ਮਾਨਵਵਾਦੀ ਕਿਹਾ ਜਾਂਦਾ ਜੀ। ਇਟਲੀ ਦੇ ਕਵੀ ਨਿਵਾਸੀ ਸਨ ਤੇ ਦਾਂਤੇ ਤੋਂ ਬਾਅਦ ਇਹਨਾਂ ਨੇ ਜਿਹੜਾ ਸੀ ਪੁਨਰ ਜਾਗਰਣ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਜੀ। ਇੱਕ ਪਰਸਨੈਲਿਟੀ ਹੈਗੀ ਹੈ ਸਾਡੇ ਕੋਲੇ ਬੋਕਾਸ਼ੀਓ। ਇਹ ਇਟਾਲੀਅਨ ਕਹਾਣੀ ਸੀ ਜਿਹੜੀ ਉਸ ਨੂੰ ਗੱਦ ਦੇ ਵਿੱਚ, ਜਿਵੇਂ ਅਸੀਂ ਰਿਗਵੇਦ ਪੀਰੀਅਡ ਦੇ ਵਿੱਚ ਪੜ੍ਹਦੇ ਹਾਂ, ਉੱਤਰ ਵੈਦਿਕ ਪੀਰੀਅਡ ਦੇ ਵਿੱਚ ਜਾ ਕੇ ਸਾਡੇ ਕੋਲੇ ਸਾਮਵੇਦ ਗ੍ਰੰਥ ਦੀ ਰਚਨਾ ਕੀਤੀ ਗਈ ਹੈ। ਤੇ ਸਾਮਵੇਦ ਗ੍ਰੰਥ ਆ ਜਿਹੜਾ ਸਾਡਾ ਗੱਦ ਤੇ ਪਦ ਦੇ ਵਿੱਚ ਲਿਖਿਆ ਗਿਆ। ਠੀਕ ਹੈ ਜੀ। ਤਾਂ ਉਹ ਜਿਹੜੀ ਸ਼ੈਲੀ ਸੀਗੀ ਜਿਹੜੀ ਗੱਦ ਸ਼ੈਲੀ ਸੀਗੀ, ਗੱਦ ਸ਼ੈਲੀ ਦੀ ਜਿਹੜੀ ਸੀ ਇਹਦੇ ਵਿੱਚ ਵਰਤੋਂ ਕੀਤੀ ਗਈ ਸੀਗੀ। ਤਾਂ ਇਸ ਦੇ ਆਧਾਰ ਤੇ ਜਿਹੜਾ ਇਹਨਾਂ ਨੇ ਇੱਕ ਪੁਸਤਕ ਲਿਖੀ ਸੀ ਡੌਕੇ ਮਹਾਨ। ਤਾਂ ਬੋਕਾਸ਼ੀਓ ਦੀ ਪੁਸਤਕ ਦਾ ਨਾਮ ਸੀਗਾ ਜੀ, ਸਾਨੂੰ ਇਸ ਪੁਸਤਕ ਦੇ ਬਾਰੇ ਪੁੱਛਿਆ ਜਾ ਸਕਦਾ ਹੈ। ਨੈਕਸਟ ਬਹੁਤ ਹੀ ਮਹੱਤਵਪੂਰਨ ਪਰਸਨੈਲਿਟੀ ਸੀਗੀ ਜੀ, ਜਿਹੜੀ ਪੋਲੀਟੀਕਲ ਦੀ ਪਰਸਨੈਲਿਟੀ ਸੀਗੀ, ਕਿਉਂਕਿ ਰਾਜਨੀਤਿਕ ਤੌਰ ਤੇ ਜੇ ਅਸੀਂ ਗੱਲ ਕਰਦੇ ਹਾਂ ਸਾਡੀ ਪੋਲੀਟੀਕਲ ਦੀ, ਤਾਂ ਸਾਡੀ ਪੋਲੀਟੀਕਲ ਦੇ ਵਿੱਚ ਵੈਸਟਰਨ ਦੀ ਪੋਲੀਟੀਕਲ ਦੀ ਬਹੁਤ ਵੱਡੀ ਝਲਕ ਨਜ਼ਰ ਆਉਂਦੀ ਹੈ ਜੀ। ਤੇ ਵੈਸਟਰਨ ਦੀ ਪੋਲੀਟੀਕਲ ਦੇ ਵਿੱਚੋਂ ਬਹੁਤ ਮਹੱਤਵਪੂਰਨ ਜਿਹੜੇ ਪਰਸਨੈਲਿਟੀ ਸੀਗੀਆਂ, ਉਹਨਾਂ ਦੇ ਸਾਨੂੰ ਥਾਟ ਉਹਨਾਂ ਦੇ ਪੜ੍ਹਨ ਨੂੰ ਮਿਲਦਾ। ਤਾਂ ਉਹਨਾਂ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਪਰਸਨੈਲਿਟੀ ਮੈਕਿਆਵਲੀ, ਜਿਹਨੂੰ ਅਸੀਂ ਜਾਣਿਆ ਜਾਂਦਾ ਜੀ, ਜਿਨ੍ਹਾਂ ਦਾ ਨਾਮ ਸੀ ਮੈਕਿਆਵਲੀ ਨੂੰ ਅਸੀਂ ਗੱਲ ਕਰਦੇ ਹਾਂ। ਜੇ ਭਾਰਤ ਦਾ ਮੈਕਿਆਵਲੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਅਰਥ ਸ਼ਾਸਤਰ ਦੇ ਰਚయిਤਾ ਕੌਟਲਿਆ, ਜਿਹਨੂੰ ਅਸੀਂ ਭਾਰਤ ਦਾ ਮੈਕਿਆਵਲੀ ਕਹਿ ਦਿੰਦੇ ਹਾਂ ਜੀ। ਸਾਡੇ ਜਿਹੜੇ ਭਾਰਤ ਦੇ ਮੈਕਿਆਵਲੀ ਸੀ, ਇਹਨਾਂ ਦੀ ਪੁਸਤਕ ਦਾ ਨਾਮ ਸੀ ਅਰਥ ਸ਼ਾਸਤਰ। ਤੇ ਜਿਹੜੇ ਸਾਡੇ ਵਿਸ਼ਵ ਦੇ ਮੈਕਿਆਵਲੀ ਸੀਗੇ, ਇਹਨਾਂ ਦੀ ਪੁਸਤਕ ਦਾ ਨਾਮ ਸੀ ਦ ਪ੍ਰਿੰਸ। ਪੁਸਤਕ ਨੂੰ ਸੀ ਜਿਹੜਾ ਇਸ ਤਰੀਕੇ ਦੇ ਨਾਲ ਮੰਨਿਆ ਗਿਆ ਸੀਗਾ ਕਿ ਇੱਕ ਰਾਜੇ ਨੂੰ ਰਾਜ ਕਰਨ ਦੀਆਂ ਨੀਤੀਆਂ ਦੱਸਦੀ ਸੀਗੀ। ਤਾਂ ਸੇਮ ਟੂ ਸੇਮ ਸਾਡੇ ਅਰਥ ਸ਼ਾਸਤਰ ਦੇ ਵਿੱਚ ਜੋ ਲਿਖਿਆ, ਸਾਨੂੰ ਕੁਐਸਚਨ ਆਉਂਦਾ ਅਰਥ ਸ਼ਾਸਤਰ ਦਾ ਵਿਸ਼ਾ ਕੀ ਹੈ? ਤਾਂ ਅਰਥ ਸ਼ਾਸਤਰ ਦਾ ਵਿਸ਼ਾ ਸੀਗਾ ਰਾਜਨੀਤੀ। ਤੇ ਉਹਦੇ ਵਿੱਚ ਲਿਸਤਾ ਕੀ ਗਿਆ ਸੀ? ਰਾਜਨੀਤੀ ਦੇ ਗੁਣ। ਸੋ ਸੇਮ ਟੂ ਸੇਮ ਉਸੇ ਪੁਸਤਕ ਦੀ ਤਰ੍ਹਾਂ ਹੀ ਜਿਹੜੀ ਸੀਗੀ ਦ ਪ੍ਰਿੰਸ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਇੱਕ ਚਰਚਾ ਕੀਤੀ ਗਈ ਸੀਗੀ। ਤੇ ਜੇ ਅਸੀਂ ਦੇਖਦੇ ਹਾਂ ਇਹਨਾਂ ਨੂੰ, ਤਾਂ ਇਹਨਾਂ ਨੂੰ ਅਸੀਂ ਫਾਦਰ ਆਫ ਮਾਡਰਨ ਪੋਲੀਟੀਕਲ ਫਿਲਾਸਫਰ ਕਹਿੰਦੇ ਹਾਂ। ਕਿਹਨਾਂ ਨੂੰ ਜੀ? ਮੈਕਿਆਵਲੀ ਨੂੰ ਫਾਦਰ ਆਫ ਮਾਡਰਨ ਪੋਲੀਟੀਕਲ ਫਿਲਾਸਫਰ ਦੇ ਤੌਰ ਤੇ ਮੰਨਿਆ ਜਾਂਦਾ ਜੀ। ਮੈਕਿਆਵਲੀ ਦੀ ਪੁਸਤਕ ਜਿਹੜੀ ਹੈਗੀ ਆ, ਉਸ ਦਾ ਕੰਪੈਰੀਟਿਵ ਉਸ ਨੂੰ ਇਹ ਰੱਖਿਆ ਜਾਂਦਾ ਕਿ ਜਿਹੜੀ ਭਾਰਤ ਦੇ ਕੌਟਲਿਆ ਦੀ ਲਿਖੀ ਹੋਈ ਪੁਸਤਕ ਹੈ ਅਰਥ ਸ਼ਾਸਤਰ, ਉਹਦੇ ਬਰਾਬਰ ਰੱਖਿਆ ਜਾਂਦਾ ਜੀ। ਪੁਨਰ ਜਾਗਰਣ ਦੀ ਭਾਵਨਾ ਨੂੰ ਪੂਰਨ ਅਭਿਵਿਅਕਤੀ। ਇਟਲੀ ਦੇ 3 ਕਲਾਕਾਰ ਸੀਗੇ ਜੀ, ਜਿਹੜੇ ਬਹੁਤ ਕੁਐਸਚਨ ਇੰਪੋਰਟੈਂਟ ਹੈ ਜੀ, ਇਹ ਪਾਰਟ ਬਹੁਤ ਇੰਪੋਰਟੈਂਟ ਹੈ। ਇਟਲੀ ਦੇ 3 ਕਲਾਕਾਰ ਸੀਗੇ, ਜਿਹੜੇ ਕਲਾਕਾਰਾਂ ਨੇ ਸਾਨੂੰ ਜਿਹੜਾ ਪੁਨਰ ਜਾਗਰਣ ਦੀ ਜਿਹੜੀ ਸੀਗੀ ਉਸ ਦੀ ਡਿਵੈਲਪ ਕੀਤਾ ਗਿਆ, ਉਸ ਨੂੰ ਹੋਰ ਵਿਕਸਿਤ ਕੀਤਾ ਗਿਆ। ਪਹਿਲੀ ਪਰਸਨੈਲਿਟੀ ਲਿਓਨਾਰਦੋ ਵਿੰਚੀ, ਮਾਈਕਲ ਐਂਜਲ ਤੇ ਰਾਫੇਲ। ਦੇਖੋ 3 ਪਰਸਨੈਲਿਟੀਆਂ ਦੇ ਨਾਮ ਹੈ, ਤਿੰਨਾਂ ਦੇ ਵਿੱਚੋਂ ਤਿੰਨੇ ਹੀ ਬਹੁਤ ਇੰਪੋਰਟੈਂਟ ਹੈ। ਬਟ ਮੋਸਟਲੀ ਸਾਨੂੰ ਲਾਸਟ ਪੇਪਰ ਦੇ ਵਿੱਚ ਲਿਓਨਾਰਦੋ ਵਿੰਚੀ ਸਾਹਿਬ ਦੇ ਕੁਐਸਚਨ ਮਿਲੇ ਸੀਗੇ। ਸੋ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਪੜਾਂਗੇ, ਤਿੰਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਲਿਓਨਾਰਦੋ ਵਿੰਚੀ ਇੱਕ ਬਹੁਤ ਹੀ ਮਹੱਤਵਪੂਰਨ ਚਿੱਤਰਕਾਰ, ਮੂਰਤੀਕਾਰ, ਇੰਜੀਨੀਅਰ, ਵਿਗਿਆਨੀ, ਦਾਰਸ਼ਨਿਕ, ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਕਿ ਇਹ ਬਹੁਤ ਅੱਛੇ ਸਿੰਗਰ ਵੀ ਸਨ। ਅਸੀਂ ਜੇ ਗੱਲ ਕਰੀਏ ਤਾਂ ਇਹ ਪਰਸਨੈਲਿਟੀ ਜਿਹੜੀ ਮਲਟੀ ਟੈਲੈਂਟਡ ਪਰਸਨੈਲਿਟੀ ਸੀ। ਕੌਣ ਜੀ? ਲਿਓਨਾਰਦੋ ਵਿੰਚੀ ਦੀ ਪੁਸਤਕ ਸੀ ਜਿਹੜੀ, ਉਹਨਾਂ ਦਾ ਨਾਮ ਸੀਗਾ ਜੀ, ਜਿਹੜਾ ਉਹਨਾਂ ਨੇ ਪੇਂਟਿੰਗ ਤਿਆਰ ਕੀਤੀ ਸੀਗੀ, ਇੱਕ ਬਹੁਤ ਅੱਛੀ ਪੇਂਟਿੰਗ ਹੈ ਦ ਲਾਸਟ ਸਫਰ। ਇੱਕ ਬਹੁਤ ਸੁੰਦਰ ਪੇਂਟਿੰਗ ਹੈ ਜੀ ਦ ਲਾਸਟ ਸਫਰ। ਇੱਕ ਇਹਨਾਂ ਦੀ ਪੁਸਤਕ, ਇੱਕ ਇਹਨਾਂ ਦੀ ਪੇਂਟਿੰਗ ਸੀਗੀ ਜਿਹੜੀ ਸੀਗੀ ਮੋਨਾਲੀਸਾ ਪੇਂਟਿੰਗ ਬਾਰੇ ਤਾਂ ਮੋਸਟਲੀ ਸਾਰੇ ਜਾਣਦੇ ਆ, ਕਮਰ ਚਿੱਤਰਕਾਰ ਦੇ ਰੂਪ ਦੇ ਵਿੱਚ ਇਸ ਨੂੰ ਫੇਮਸ ਕਰ ਗਈ। ਤਾਂ ਲਾਸਟ ਸਫਰ ਵੀ ਜਿਹੜੀ ਸੀਗੀ ਤਾਂ ਉਹ ਵੀ ਇਹਨਾਂ ਦੀ ਪਿਕਚਰ ਸੀਗੀ ਜੀ। ਨੈਕਸਟ ਸਾਡੇ ਕੋਲ ਆਉਂਦੇ ਮਾਈਕਲ ਐਂਜਲ ਦੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੇ ਸੀ ਚਿੱਤਰਕਾਰੀ ਦ ਲਾਸਟ ਜਜਮੈਂਟ ਆ ਗਈ ਜੀ, ਤੇ ਦ ਫਾਲ ਔਨ ਮੈਨ, ਇਹ ਵੀ ਮਾਈਕਲ ਐਂਜਲ ਦੀ ਇੱਕ ਚਿੱਤਰਕਾਰੀ ਸੀਗੀ। ਜਿਹੜੇ ਸੀ ਗਿਰਜਾ ਘਰ ਦੀਆਂ ਛੱਤਾਂ ਦੇ ਉੱਤੇ ਜਿਹੜੇ ਚਿੱਤਰ ਬਣੇ ਹੋਏ ਸੀਗੇ, ਉਹ ਮਾਈਕਲ ਐਂਜਲ ਦੇ ਦੁਆਰਾ ਤਿਆਰ ਕੀਤੇ ਹੋਏ ਚਿੱਤਰ ਬਣੇ ਹੋਏ ਨੇ ਜੀ।
ਰਾਫੇਲ ਦੀ ਇਟਲੀ ਦਾ ਹੀ ਬਹੁਤ ਮਹੱਤਵਪੂਰਨ ਚਿੱਤਰਕਾਰ ਸੀਗਾ ਜੀ। ਇਹਨਾਂ ਨੇ ਜੋ ਚਿੱਤਰ ਤਿਆਰ ਕੀਤੇ ਸੀ ਜੀਸਸ ਕ੍ਰਾਈਸਟ ਦੀ ਮਾਤਾ ਮੈਡੋਨਾ ਦਾ ਇਹਨਾਂ ਨੇ ਚਿੱਤਰ ਤਿਆਰ ਕੀਤਾ ਸੀ, ਜੋ ਬਹੁਤ ਵਰਲਡ ਫੇਮਸ ਚਿੱਤਰ ਹੋਇਆ ਜੀ। ਜੀਸਸ ਕ੍ਰਾਈਸਟ ਦੀ ਮਾਤਾ ਮੈਡੋਨਾ ਦਾ ਇੱਕ ਚਿੱਤਰ ਬਣਾਇਆ ਸੀਗਾ, ਉਸ ਚਿੱਤਰ ਨੂੰ ਹਜੇ ਤੱਕ ਵੀ ਬਹੁਤ ਇੰਪੋਰਟੈਂਸ ਪ੍ਰਸਿੱਧੀ ਪ੍ਰਾਪਤ ਹੈ ਜੀ। ਜਿਆਟੋ ਪੁਨਰ ਜਾਗਰਣ ਦੇ ਵਿੱਚ ਇੱਕ ਚਿੱਤਰਕਲਾ ਦਾ ਜਿਹੜਾ ਸੀਗਾ ਉਸ ਦਾ ਜਨਕ ਮੰਨਿਆ ਗਿਆ ਜੀ, ਪਿਤਾਮਾ ਮੰਨਿਆ ਗਿਆ ਜੀ। ਮਾਰਟਨ ਲੂਥਰ ਜਰਮਨੀ ਦਾ ਨਿਵਾਸੀ ਸੀਗਾ ਜੀ। ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਇਹਨਾਂ ਦੇ ਨਾਲ। ਧਰਮ ਸੁਧਾਰ ਅੰਦੋਲਨ ਨੂੰ ਬਹੁਤ ਪ੍ਰਸਿੱਧੀ ਮਿਲੀ ਸੀਗੀ। ਆਪਾਂ ਗੱਲ ਹੀ ਸ਼ੁਰੂ ਇੱਥੋਂ ਕੀਤੀ ਸੀਗੀ ਕਿ ਜਿਹੜਾ ਵਿਸ਼ਵ ਸੀਗਾ ਧਰਮ ਦੇ ਆਧਾਰ ਤੇ ਬਹੁਤ ਹੀ ਜ਼ਿਆਦਾ ਕੁਰੀਤੀਆਂ ਦੇ ਵਿੱਚ ਉਤਰ ਚੁੱਕਿਆ ਸੀਗਾ, ਤਾਂ ਉਸ ਨੂੰ ਖਤਮ ਕਰਨ ਦੇ ਲਈ ਧਰਮ ਸੁਧਾਰ ਅੰਦੋਲਨ ਸ਼ੁਰੂ ਕੀਤਾ ਸੀ। ਧਰਮ ਸੁਧਾਰ ਅੰਦੋਲਨ ਕਿਹਨਾਂ ਨੇ ਸ਼ੁਰੂ ਕੀਤਾ ਸੀਗਾ ਜੀ? ਮਾਰਟਨ ਲੂਥਰ ਨੇ ਸ਼ੁਰੂ ਕੀਤਾ ਸੀਗਾ ਜੀ। ਇੱਕ ਇਹਨਾਂ ਨੇ ਨਾ ਜੀ ਉੱਥੋਂ ਦੀ ਬਾਈਬਲ ਸੀ ਜਿਹੜੀ ਜਰਮਨ ਭਾਸ਼ਾ ਦੇ ਵਿੱਚ, ਦੇਖੋ ਜਿੰਨਾ ਵੀ ਲਿਟਰੇਚਰ ਆਇਆ, ਜੋ ਵੀ ਵਰਕ ਹੋਇਆ, ਸਾਰਾ ਲੋਕਲ ਲੈਵਲ ਲੈਂਗੁਏਜ ਦੇ ਵਿੱਚ ਕੀਤਾ ਗਿਆ। ਕਿਉਂਕਿ ਲੋਕਲ ਲੈਵਲ ਲੈਂਗੁਏਜ ਦੇ ਵਿੱਚੋਂ ਹੀ ਲੋਕਾਂ ਦੇ ਅੰਦਰ ਇੱਕ ਜਿਹੜੀ ਹੈਗੀ ਹੈ ਚੇਂਜ ਲਿਆਂਦੀ ਜਾ ਸਕਦੀ ਹੈ। ਫਿਰ ਉਹ ਚੇਂਜ ਹੌਲੀ ਹੌਲੀ ਵਿਸ਼ਵ ਰੂਪ ਤੇ ਉੱਭਰ ਕੇ ਆ ਸਕਦੀ ਹੈ। ਮਾਰਟਨ ਲੂਥਰ ਸੀ ਜਿਹੜੇ ਇਹ ਸਰ ਮਹਾਤਮਾ ਗਾਂਧੀ ਜੋ ਬਹੁਤ ਪ੍ਰਭਾਵਿਤ ਹੋਏ ਸੀ। ਮਹਾਤਮਾ ਗਾਂਧੀ ਮਾਰਟਨ ਲੂਥਰ ਤੋਂ ਪ੍ਰਭਾਵਿਤ ਸੀ, ਜਿਹੜੇ ਮਾਰਟਨ ਲੂਥਰ ਸੀਗੇ ਇਹਨਾਂ ਤੋਂ ਸਾਡੇ ਜਿਹੜੇ ਮਹਾਤਮਾ ਗਾਂਧੀ ਜੀ ਸੀਗੇ ਉਹ ਵੀ ਬਹੁਤ ਪ੍ਰਭਾਵਿਤ ਹੋਏ ਸੀਗੇ ਜੀ। ਸੋ ਜਿਹੜੇ ਇਰਾਸਮਸ ਸੀਗੇ ਉਹਨਾਂ ਦੇ ਇੱਕ ਹਾਲੈਂਡ ਨਿਵਾਸੀ ਸੀਗੇ, ਇਹਨਾਂ ਦੀ ਪੁਸਤਕ ਆਈ ਸੀਗੀ ਜੀ ਦ ਪੇਜ ਆਫ ਫੋਲੀ ਦੇ ਵਿੱਚ ਇਹਨਾਂ ਨੇ ਵਿਅੰਗਾਤਮਕ ਢੰਗ ਦੇ ਨਾਲ ਜਿਹੜੇ ਪਾਦਰੀ ਸੀ, ਜਿਵੇਂ ਆਪਾਂ ਗੱਲ ਕੀਤੀ ਹੈਗੀ ਹੈ ਰੋਮ ਦੀ ਜਾਂ ਪੋਪ ਦੀ, ਤਾਂ ਇਹਨਾਂ ਦਾ ਇੱਕ ਵਿਅੰਗਾਤਮਕ ਢੰਗ ਦੇ ਨਾਲ ਇਹਨਾਂ ਨੂੰ ਪ੍ਰਗਟ ਕੀਤਾ ਗਿਆ। ਇਹਨਾਂ ਦੇ ਉੱਤੇ ਜੋ ਵੀ ਕ੍ਰਿਟੀਸਾਈਜ਼ ਕੀਤਾ ਗਿਆ, ਜੋ ਵੀ ਅਸੀਂ ਕਹਾਂਗੇ ਇਹਨਾਂ ਦੇ ਟਾਸਕ ਉਹ ਕੱਸਿਆ ਗਿਆ, ਕਟਾਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਕੱਸਿਆ ਗਿਆ ਇਹਨਾਂ ਦੇ ਉੱਤੇ। ਇਹ ਸੀ ਸਾਡਾ ਜਿਹੜਾ ਸੀਗਾ ਅੱਜ ਦਾ ਜੀ ਫਲੋਰੈਂਸ ਸ਼ਹਿਰ ਦੇ ਨਗਰ ਤੋਂ ਜਿਹੜਾ ਸਾਡੇ ਕੋਲੇ ਪੁਨਰ ਜਾਗਰਣ ਸ਼ੁਰੂ ਹੋਇਆ ਸੀ, ਪੂਰੇ ਵਿਸ਼ਵ ਦੇ ਵਿੱਚ ਹੌਲੀ ਹੌਲੀ ਫੈਲ ਗਿਆ ਸੀ। ਉਸ ਤੇ ਸਾਡਾ ਨਿਰਧਾਰਿਤ ਵੀਡੀਓ ਸੀਗਾ ਦੋਸਤੋ। ਸਕਰੀਨ ਤੇ ਤੁਹਾਨੂੰ ਮੇਰਾ ਨੰਬਰ ਸ਼ੋ ਹੋ ਰਿਹਾ ਹੋਏਗਾ, ਇਸ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰਕੇ, ਫੋਨ ਕਰਕੇ ਔਨਲਾਈਨ ਕਲਾਸਿਸ ਸੰਬੰਧੀ ਕੋਈ ਵੀ ਜਾਣਕਾਰੀ ਹੈ ਜਿਹੜੀ ਤੁਸੀਂ ਲੈ ਸਕਦੇ ਹੋ। ਅਸੀਂ ਸਿਰਫ 700 ਰੁਪਈਆ ਮੰਥਲੀ ਦੇ ਵਿੱਚ ਔਨਲਾਈਨ ਕਲਾਸਿਸ ਚਲਾ ਰਹੇ ਹਾਂ ਜੀ। 1 ਮਹੀਨਾ 700 ਰੁਪਈਆ ਤੇ ਮਾਸਟਰ ਕੇਡਰ ਦੀ ਕਲਾਸ ਦੇ ਰਹੇ ਹਾਂ SST ਦੀ ਜੀ। ਜੇ ਕਿਸੇ ਵਿਦਿਆਰਥੀ ਨੇ ਔਨਲਾਈਨ ਕਲਾਸ ਜੁਆਇਨ ਕਰਨੀ ਹੈ, ਸਕਰੀਨ ਤੇ ਮੇਰਾ ਵਟਸਐਪ ਨੰਬਰ ਹੈ ਜੀ, ਮੈਨੂੰ ਤੁਸੀਂ ਉਸ 'ਤੇ ਕੰਟੈਕਟ ਕਰ ਸਕਦੇ ਹੋ। ਇਸੇ ਵਟਸਐਪ ਨੰਬਰ 'ਤੇ ਮੇਰੇ ਨਾਲ ਗੱਲ ਕਰੋ ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਜਾਣਕਾਰੀ ਦੇ ਸਕਦਾ ਜੀ। ਸੋ ਤੁਹਾਡਾ ਵੀਡੀਓ ਦੇਖਣ ਦੇ ਲਈ ਧੰਨਵਾਦ। ਜੇ ਵੀਡੀਓ ਅੱਛੀ ਲੱਗੀ ਹੈ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰੋ ਜੀ। ਥੈਂਕ ਯੂ ਜੀ ਸਾਥੀਓ।